ਧੰਨ ਬਾਬਾ ਦੀਪ ਸਿੰਘ ਜੀ। ਆਪ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੰਗਤ ਵਿੱਚ ਰਹੇ ਤੇ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੀਆਂ ਵਡਿਆਈਆਂ ਆਪ ਜੀ ਨੂੰ ਬਖਸ਼ ਕੇ ਨਿਹਾਲ ਕਰਤਾਰਥ ਕੀਤਾ। ਭਾਵੇਂ ਉਹ ਦੇਗ ਲੰਗਰ ਦਾ ਵਰਦਾਨ ਸੀ, ਭਾਵੇਂ ਉਹ ਗੁਰਬਾਣੀ ਦੀਆਂ ਪੋਥੀਆਂ ਲਿਖਣ ਦਾ ਵਰਦਾਨ ਸੀ, ਭਾਵੇਂ ਗੁਰਬਾਣੀ ਦੇ ਸ਼ੁੱਧ ਅਰਥਾਂ ਦੇ ਪ੍ਰਚਾਰ ਦਾ ਵਰਦਾਨ ਸੀ। ਇੱਕ ਦੋ ਇੱਕ ਵਰਦਾਨ ਮਹਾਰਾਜ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆਸਣਾ ਸਿੰਘਾਸਣਾ ਤੇ ਜਦ ਸੱਚਖੰਡ ਹਜ਼ੂਰ ਸਾਹਿਬ ਵਿਖੇ ਸ਼ੁਭਾਇਮਾਨ ਹੋ ਗਏ ਅਤੇ ਗੁਰੂ ਕੇ ਪੰਥ ਖਾਲਸੇ ਨੇ ਆ ਕਰਕੇ ਬੜੀਆਂ ਯੁੱਧਾਂ ਮੱਲਾਂ ਮਾਰੀਆਂ, ਯੁੱਧ ਕੀਤੇ, ਧਰਮ ਯੁੱਧ ਕਰਕੇ ਗਊ ਗਰੀਬ ਦੀ ਸਹਾਇਤਾ ਕੀਤੀ। ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕਰਕੇ ਤੇ ਫਤਿਹਗੜ੍ਹ ਸਾਹਿਬ ਨਾਮ ਰੱਖਿਆ। ਇਹਨਾਂ ਯੁੱਧਾਂ ਦੇ ਵਿੱਚ ਮਹਾਨ ਬਾਬਾ ਦੀਪ ਸਿੰਘ ਸਾਹਿਬ ਜੀ ਜੂਝਦੇ ਰਹੇ। ਜਦੋਂ ਗੁਰੂ ਖਾਲਸਾ ਜੀ ਪੰਥ ਦੇ ਕੋਲ ਨਵਾਬੀ ਆਈ ਤੇ ਸਾਰਾ ਗੁਰੂ ਕਾ ਪੰਥ ਖਾਲਸਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠਾ ਹੋ ਗਿਆ। 1723 ਈਸਵੀ ਦੇ ਲਗਭਗ ਗੁਰੂ ਕੇ ਪੰਥ ਖਾਲਸੇ ਨੇ ਇਕੱਠਿਆਂ ਹੋ ਕਰਕੇ ਮਾਝੇ ਦੀ ਧਰਤੀ ਤੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ। ਦਾਣੇ ਤੋਂ ਪੱਠਿਆਂ ਤੋਂ ਰਸਦਾਂ ਬਸਦਾਂ ਕਰਕੇ ਸਿੰਘਾਂ ਦੇ ਵਿਚਕਾਰ ਛੋਟੇ ਛੋਟੇ ਦੰਗੇ ਹੋਣ ਲੱਗ ਪਏ। ਗੁਰੂ ਖਾਲਸਾ ਜੀ ਆਮ ਲੋਕਾਂ ਦੀ ਕਹਾਵਤ ਹੈ ਵੀ ਇਹ ਭੁੱਖੇ ਲੜਦੇ ਨੇ, ਪਰ ਗੁਰੂ ਕੇ ਸਿੰਘ ਆਪਸ ਵਿੱਚ ਉਦੋਂ ਲੜਦੇ ਨੇ ਜਦੋਂ ਰੱਜੇ ਹੋਣ। ਇਹ ਰੱਜੇ ਲੜਦੇ ਨੇ। ਇਹਨਾਂ ਦਾ ਆਮ ਲੋਕਾਂ ਦੇ ਨਾਲੋਂ ਵਰਤੀਰਾ ਵੱਖਰਾ ਏ। ਬਾਬਾ ਦੀਪ ਸਿੰਘ ਜੀ, ਨਵਾਬ ਕਪੂਰ ਸਿੰਘ ਜੀ, ਬਾਬਾ ਦੀਵਾਨ ਸਿੰਘ ਜੀ, ਬਾਬਾ ਦਰਬਾਰਾ ਸਿੰਘ ਜੀ, ਇਹ ਪੁਰਾਣੇ ਗੁਰੂ ਕੇ ਸਿੱਖ ਸਨ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦਾ ਨਿੱਘ ਮਾਣਿਆ ਸੀ। ਇਹਨਾਂ ਨੇ ਗੁਰਮਤਾ ਕੀਤਾ ਵੀ ਸਾਨੂੰ ਦੋ ਦਲ ਬਣਾ ਲੈਣੇ ਚਾਹੀਦੇ ਨੇ। ਬੁੱਢੇ ਠੇਰੇ ਇੱਕ ਪਾਸੇ ਕਰ ਲੈਣੇ ਚਾਹੀਦੇ ਨੇ, ਨੌਜਵਾਨ ਇੱਕ ਪਾਸੇ ਕਰ ਲੈਣੇ ਚਾਹੀਦੇ ਨੇ। ਜਿਹੜੇ ਬਜ਼ੁਰਗ ਨੇ ਉਹ ਗੁਰੂ ਕੇ ਪੰਥ ਦੀ ਅਗਵਾਈ ਕਰਿਆ ਕਰਨਗੇ, ਬੱਚਿਆਂ ਨੂੰ ਰਹਿਤ ਮਰਿਆਦਾ ਤੇ ਗੁਰਬਾਣੀ ਪੜ੍ਹਾਇਆ ਕਰਨਗੇ, ਬਹੁ ਬੇਟੀਆਂ ਦੀ ਰੱਖਿਆ ਕਰਿਆ ਕਰਨਗੇ। ਤੇ ਜਿਹੜੇ ਨੌਜਵਾਨ ਨੇ ਉਹ ਧਰਮ ਯੁੱਧ ਕਰਿਆ ਕਰਨਗੇ, ਕਿਰਤ ਕਰਿਆ ਕਰਨਗੇ ਤੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਅੱਗੇ ਹੋ ਕੇ ਕਰਨਗੇ। ਇੱਕ ਜਥਾ ਬਣਿਆ ਬੁੱਢਾ ਦਲ ਤੇ ਇੱਕ ਗੁਰੂ ਖਾਲਸਾ ਜੀ ਤਰਨਾ ਦਲ ਬਣਿਆ। ਬੁੱਢੇ ਦਲ ਦੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਬਣੇ ਅਤੇ ਤਰਨੇ ਦਲ ਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਥਾਪਿਆ ਗਿਆ। ਗੁਰੂ ਖਾਲਸਾ ਜੀ, ਬਾਬਾ ਦੀਪ ਸਿੰਘ ਜੀ ਤਰਨੇ ਦਲ ਦੇ ਜਥੇਦਾਰ ਬਣ ਕਰਕੇ ਬੁੱਢੇ ਦਲ ਦੇ ਸਿੰਘ ਸਾਹਿਬਾਨਾਂ ਦਾ ਬੜਾ ਸਤਿਕਾਰ ਕਰਨ ਲੱਗ ਪਏ ਕਿ ਇਹ ਵੱਡੇ ਨੇ, ਇਹ ਬਜ਼ੁਰਗ ਨੇ ਤੇ ਅਸੀਂ ਬੱਚੇ ਹਾਂ। ਅਜੇ ਸਾਲ ਕੀ ਬਤੀਤ ਹੋਇਆ ਸੀ ਤੇ ਪੰਥ ਦੇ ਵਿੱਚ ਹੋਰ ਬੜਾ ਵਾਧਾ ਹੋ ਗਿਆ। ਫਿਰ ਤਰਨੇ ਦਲ ਤੋਂ ਵੀ ਅੱਗੇ ਗੁਰੂ ਖਾਲਸਾ ਜੀ 5 ਤਰਨੇ ਦਲ ਬਣਾਏ ਗਏ। ਰਤਨ ਸਿੰਘ ਜੀ ਭਾਂਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ, ਇਹ ਪ੍ਰਥਮ ਨਿਸ਼ਾਨ ਨਿਹੰਗਨ ਪੜਾਇਓ, ਦੀਪ ਸਿੰਘ ਸਿੰਘ ਕਰਮ ਸੁਗਾਇਓ। ਪਹਿਲਾ ਨਿਸ਼ਾਨ ਸਾਹਿਬ ਨਿਹੰਗ ਸਿੰਘਾਂ ਨੂੰ ਦਿੱਤਾ ਗਿਆ, ਤਰਨਾ ਦਲ ਥਾਪਿਆ ਗਿਆ ਤੇ ਉਹਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਨਿਯੁਕਤ ਕੀਤੇ ਗਏ। ਇਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੂੰ ਮਿਸਲਾਂ ਦੇ ਵੇਲੇ ਮਿਸਲ ਸ਼ਹੀਦਾਂ ਦਾ ਜਥੇਦਾਰ ਵੀ ਥਾਪਿਆ ਗਿਆ। ਬਾਬਾ ਦੀਪ ਸਿੰਘ ਜੀ 1761 ਈਸਵੀ ਤੱਕ ਲਗਭਗ ਗੁਰਸਿੱਖੀ ਦਾ ਪ੍ਰਚਾਰ ਕਰਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਆਬਰੂ ਇੱਜ਼ਤ ਨੂੰ ਬਹਾਲ ਕਰਨ ਵਾਸਤੇ
मोहे मरने का चाओ है, मरो तो हर के द्वार। जो तो प्रेम खेलन का चाओ, सिर धर तली गली मेरी आओ। इत मार्ग पैर तरीजै, सिर दीजै कान न कीजै। इन्हां तुकां दे उपर अपने जीवन ਨੂੰ ਨਿਖਾਰਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਨੇ ਰਣ ਤੱਤੇ ਵਿੱਚ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਕਮਲਾਂ ਵਿੱਚ ਜਾ ਕਰਕੇ ਆਪਣੇ ਸੀਸ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਭੇਟ ਕੀਤਾ। ਬਾਬਾ ਦੀਪ ਸਿੰਘ ਜੀ ਅਜੇ ਸ਼ਹੀਦ ਹੀ ਹੋਏ ਨੇ ਤੇ ਬਾਬਾ ਗੁਰਬਖਸ਼ ਸਿੰਘ ਜੀ ਗੁਰੂ ਕਿਆਂ ਸਿੰਘਾਂ ਦਾ ਜਥਾ ਲੈ ਕੇ ਆਨੰਦਪੁਰ ਸਾਹਿਬ ਤੋਂ ਪਹੁੰਚੇ ਨੇ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਹੱਥੀਂ ਸੰਸਕਾਰ ਕੀਤਾ ਏ। ਤੇ ਨਿਹੰਗ ਸਿੰਘਾਂ ਦੇ ਵਿੱਚ ਮਰਜ਼ਾਦਾ ਇਹ ਵੀ ਜਦੋਂ ਇਹਨਾਂ ਦਾ ਕੋਈ ਮੁਖੀ ਜਥੇਦਾਰ ਸ਼ਹੀਦ ਕਰ ਜਾਵੇ ਤੇ ਇਹ ਆਪਣੇ ਜਥੇਦਾਰ ਨੂੰ ਪਹਿਲਾਂ ਪੱਗ ਬੰਨ੍ਹਦੇ ਨੇ ਨਵੇਂ ਨੂੰ, ਤੇ ਫਿਰ ਪੁਰਾਣੇ ਦਾ ਸੰਸਕਾਰ ਕਰਦੇ ਨੇ। ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਨੂੰ ਮਿਸਲ ਸ਼ਹੀਦਾਂ ਤਰਨਾ ਦਲ ਦਾ ਜਥੇਦਾਰ ਥਾਪਿਆ ਗਿਆ। ਕੁਝ ਕੀ ਦਿਨ ਬਤੀਤ ਹੋਏ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਨੇ ਗੁਰਮੁਖ ਪ੍ਰਕਾਸ਼ ਗ੍ਰੰਥ ਵਿੱਚ ਵੀ ਲਿਖਿਆ ਹੈ। ਗਿਆਨੀ ਗਿਆਨ ਸਿੰਘ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਵੀ ਲਿਖਿਆ ਹੈ ਕਿ ਬਾਬਾ ਗੁਰਬਖਸ਼ ਸਿੰਘ ਜੀ ਰਣ ਤੱਤੇ ਵਿੱਚ ਸ਼ਹਾਦਤਾਂ ਪ੍ਰਾਪਤ ਕਰ ਗਏ। ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਨ ਜਾਈਏ ਤੇ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਗੁਰਬਖਸ਼ ਸਿੰਘ ਜੀ ਦਾ ਸ਼ਹੀਦੀ ਆਸਣ ਹੈ। ਗੁਰੂ ਖਾਲਸਾ ਜੀ ਬਾਬਾ ਦੀਪ ਸਿੰਘ ਤੇ ਬਾਬਾ ਗੁਰਬਖਸ਼ ਵਿੱਚ ਜੂਝਣ ਦਾ ਜੀ ਦਕੋਆ ਪਿੰਡ ਹੈ, ਜਿਹੜਾ ਝੂਠਾ ਕਰਤਾਰਪੁਰ ਸਾਹਿਬ ਹੈ ਨਾ, ਇਹਦੇ ਨੇੜੇ ਹੀ ਹੈ ਦਕੋਆ ਪਿੰਡ। ਇੱਥੋਂ ਦੇ ਮਹਾਨ ਬਲੀ ਬਾਬਾ ਸੁਧਾ ਸਿੰਘ ਸਾਹਿਬ ਜੀ ਹੋਏ ਨੇ। ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ, ਇਹ ਦੀਪ ਸਿੰਘ ਕਾ ਥਾ ਗਵਾਨੀ, ਸੁਧਾ ਸਿੰਘ ਸਰਦਾਰ ਮਹਾਨੀ। ਦਿਓ ਪੰਥ ਤਿਨ ਕੋ ਦਸਤਾਰਾ, ਦੀਪ ਸਿੰਘ ਕੀ ਠੌਰ ਬਿਠਾਰਾ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਉੱਪਰ ਬਾਬਾ ਸੁਧਾ ਸਿੰਘ ਸਾਹਿਬ ਜੀ ਨੂੰ ਥਾਪਿਆ ਗਿਆ। ਬਾਬਾ ਸੁਧਾ ਸਿੰਘ ਜੀ ਵੀ ਰਣ ਤੱਤੇ ਵਿੱਚ ਜੰਗ ਕਰਦੇ ਹੋਏ ਸ਼ਹਾਦਤਾਂ ਦੇ ਜਾਮ ਪੀ ਗਏ। ਉਸ ਤੋਂ ਬਾਅਦ ਬਾਬਾ ਕਰਮ ਸਿੰਘ ਜੀ, ਉਹਨਾਂ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਮੁਸਾਹਿਬ ਬਣਾਇਆ ਗਿਆ ਅਤੇ ਬਾਬਾ ਨੱਥਾ ਸਿੰਘ ਸਾਹਿਬ ਜੀ ਗੁਰੂ ਕੀ ਬੇਰ ਵਾਲੇ, ਜਿਨ੍ਹਾਂ ਨੇ ਗੁਰੂ ਖਾਲਸਾ ਜੀ ਸਿਆਲਕੋਟ ਪਾਕਿਸਤਾਨ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਬਾਬਾ ਕਰਮ ਸਿੰਘ ਸਾਹਿਬ ਜੀ ਤੋਂ ਬਾਅਦ ਉਹ ਮਿਸਲ ਸ਼ਹੀਦਾਂ ਤਰਨਾ ਦਲ ਦੇ ਜਥੇਦਾਰ ਬਣੇ। ਉਹਨਾਂ ਤੋਂ ਬਾਅਦ ਬਾਬਾ ਰਾਮ ਸਿੰਘ ਜੀ ਬੇਦੀ, ਜੋ ਗੁਜਰਾਤ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਸ਼ਹੀਦਗੰਜ ਹੈ, ਉੱਥੇ ਉਹਨਾਂ ਨੇ ਸ਼ਹਾਦਤ ਦੇ ਜਾਮ ਪੀਤੇ। ਇਹਨਾਂ ਦਾ ਪਾਵਨ ਇਤਿਹਾਸ ਪੜ੍ਹਨਾ ਹੋਵੇ ਤੇ ਗੁਰੂ ਖਾਲਸਾ ਜੀ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਉੱਥੋਂ ਆਪਾਂ ਪੜ੍ਹ ਸਕਦੇ ਹਾਂ, ਸੁਣ ਸਕਦੇ ਹਾਂ। ਤੇ ਜਦੋਂ ਇਹ ਲੋਕਡਾਊਨ ਜਿਹਾ ਲੱਗਾ ਤੇ ਮੇਰੇ ਮਨ ਵਿੱਚ ਵਿਚਾਰ ਆਇਆ ਵੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਜਿਹੜੇ ਬਾਬਾ ਰਾਮ ਸਿੰਘ ਜੀ ਬੇਦੀ ਤੱਕ ਜਥੇਦਾਰ ਹੋਏ ਨੇ, ਇਹਨਾਂ ਦਾ ਪਾਵਨ ਇਤਿਹਾਸ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਲਿਖ ਦਿੱਤਾ ਹੈ। ਅੱਗੇ ਜਿਹੜੇ ਮਹਾਨ ਮਹਾਂਪੁਰਖ ਹੋਏ ਨੇ, ਬਾਬਾ ਜੱਸਾ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਬਾਬਾ ਰਾਮ ਸਿੰਘ ਜੀ ਬੇਦੀ ਦੇ ਵਾਂਗ ਮਹਾਨ ਮਹਾਂਪੁਰਖ ਬਾਬਾ ਰਾਮ ਸਿੰਘ ਜੀ, ਬਾਬਾ ਗੁਰਮੁਖ ਸਿੰਘ ਜੀ, ਬਾਬਾ ਸਾਧੂ ਸਿੰਘ ਜੀ ਤੇ ਬਾਬਾ ਬਿਸ਼ਨ ਸਿੰਘ ਸਾਹਿਬ ਜੀ, ਇਹਨਾਂ ਦਾ ਵੀ ਪਾਵਨ ਇਤਿਹਾਸ ਕਵਿਤਾ ਦੇ ਵਿੱਚ ਲਿਖ ਕਰਕੇ ਤੇ ਤਰਨੇ ਦਲ ਦਾ ਇਹ ਪੰਥ ਪ੍ਰਕਾਸ਼ ਗੁਰ ਸੰਗਤਾਂ ਨੂੰ ਸੁਣਾਉਣਾ ਚਾਹੀਦਾ ਹੈ। ਇਹ ਦਾਸ ਦੇ ਮਨ ਵਿੱਚ ਉਮਾ ਤੇ ਉਤਸ਼ਾਹ ਉੱਠਿਆ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਲੋਕਡਾਊਨ ਦੇ ਵਿੱਚ ਹੀ
ਇਹ ਸ਼ਹੀਦਾਂ ਸਿੰਘਾਂ ਦਾ ਪਾਵਨ ਇਤਿਹਾਸ ਲਿਖਿਆ ਹੈ। ਦਾਸ ਕੋਈ ਗੁਰੂ ਖਾਲਸਾ ਜੀ ਕਵੀ ਨਹੀਂ ਹੈ, ਨਾ ਪਹਿਲਾਂ ਕੋਈ ਕਵਿਤਾ ਲਿਖੀ ਹੈ। ਕਵਿਤਾ ਬੜੀ ਟੇਢੀ ਮੇਢੀ ਜੀ ਹੈ, ਪਰ ਚਾਅ ਪੂਰਾ ਸੀ ਵੀ ਸ਼ਹੀਦਾਂ ਸਿੰਘਾਂ ਦਾ ਇਹ ਪਾਵਨ ਇਤਿਹਾਸ ਲਿਖਣਾ ਹੈ। ਦਾਸ ਦਾ ਹੀ ਵਿਦਿਆਰਥੀ ਭਾਈ ਕਿਰਨਵੀਰ ਸਿੰਘ ਉਹ ਇਹ ਇਤਿਹਾਸ ਨੂੰ ਕਵਿਤਾਬੱਧ ਕਰ ਰਿਹਾ ਹੈ, ਕਿਉਂਕਿ ਉਹ ਬਹੁਤ ਸੋਹਣੀ ਕਵਿਤਾ ਉਚਾਰਦਾ ਹੈ। ਤੇ ਦਾਸ ਨੇ ਉਹਨੂੰ ਬੇਨਤੀ ਕੀਤੀ ਸੀ ਵੀ ਗੁਰੂ ਕਿਆ ਸਿੱਖਾ, ਭਾਵੇਂ ਛੰਦ ਸ਼ਾਸਤਰ ਦੇ ਪੁਸਤਕ ਤੂੰ ਦਾਸ ਤੋਂ ਹੀ ਪੜ੍ਹੇ ਨੇ, ਪਰ ਤੇਰੇ ਤੇ ਗੁਰਾਂ ਦੀ ਕਿਰਪਾ ਏ। ਤੂੰ ਇਹਨੂੰ ਵੇਖ ਵੀ ਇਹਦੀਆਂ ਮਾਤਰਾ ਕਿੱਥੇ ਘਟਦੀਆਂ ਨੇ, ਕਿੱਥੇ ਲੈ ਚਾਲ ਵਿੱਚ ਫਰਕ ਪੈਂਦਾ ਏ। ਇਹਨੂੰ ਠੀਕ ਕਰ ਦੇ, ਚੰਗੇ ਅੱਖਰ ਪਰੋ ਦੇ, ਤਾਂ ਇਹ ਇਤਿਹਾਸ ਗੁਰ ਸੰਗਤਾਂ ਤੱਕ ਪਹੁੰਚਾਵਾਂਗੇ। ਤੇ ਉਹ ਗੁਰੂ ਕਾ ਸਿੰਘ ਮੱਲੋ ਮੱਲੀ ਲੱਗਾ ਵੀ ਹੈ, ਕਈ ਵਾਰ ਢਿੱਲਾ ਵੀ ਪੈ ਜਾਂਦਾ ਏ। ਉਹਨੂੰ ਬੇਨਤੀ ਕਰਦੇ ਰਹਿੰਦੇ ਆ ਵੀ ਤਗੜਿਆਂ ਹੋ ਕੇ ਇਹ ਕਾਰਜ ਬੰਨੇ ਲਾ ਦੇ, ਸੰਪੂਰਨ ਕਰ ਦੇ, ਤਾਂ ਕਿ ਗੁਰ ਸੰਗਤਾਂ ਤੱਕ ਇਹ ਮਿਸਲ ਸ਼ਹੀਦਾਂ ਤਰਨਾ ਦਲ ਦਾ ਇਤਿਹਾਸ ਪਹੁੰਚ ਜਾਵੇ। ਸੋ ਬਾਬਾ ਜੱਸਾ ਸਿੰਘ ਜੀ, ਜਿਨ੍ਹਾਂ ਨੇ ਸਰਹਾਲੀ ਵਿੱਚ ਲੰਮਾ ਸਮਾਂ ਵਾਸਾ ਰੱਖਿਆ, ਗੁਰਸਿੱਖੀ ਦਾ ਮਹਾਨ ਪ੍ਰਚਾਰ ਅਤੇ ਪ੍ਰਸਾਰ ਕੀਤਾ, ਉਹਨਾਂ ਮਹਾਂਪੁਰਖਾਂ ਦਾ ਜੋ ਪਾਵਨ ਇਤਿਹਾਸ ਹੈ, ਦਾਸ ਨੇ ਸਰਬਲੋ ਬੁੰਗਾ ਨੰਗਲੀ ਵਿਖੇ ਬੈਠ ਕੇ ਲਾਕਡਾਊਨ ਦੇ ਦਿਨਾਂ ਵਿੱਚ ਲਿਖਿਆ ਸੀ। ਤੇ ਮਨ ਵਿੱਚ ਚਾਅ ਆਇਆ ਵੀ ਕਿਤੇ ਪਿਆਜ ਨਾ ਰਹਿ ਜਾਵੇ। ਜਿੱਦਾਂ ਦਾ ਟੇਢਾ ਮੇਢਾ ਜਿਹਾ ਹੈਗਾ, ਇਹ ਸੰਗਤਾਂ ਦੇ ਹਾਜ਼ਰ ਕਰ ਦੇਣਾ ਚਾਹੀਦਾ ਏ। ਤੇ ਭਾਈ ਕਿਰਨਵੀਰ ਸਿੰਘ ਜੀ ਉਹ ਇਹਦੀ ਸੁਧਾਈ ਕਰ ਰਹੇ ਨੇ। ਅਰਦਾਸ ਕਰਿਓ ਸ਼ਹੀਦ ਸਿੰਘ ਕਿਰਪਾ ਕਰਨ। ਇਹ ਸ਼ਹੀਦਾਂ ਦੀ ਗੱਦੀ ਦਾ ਇਤਿਹਾਸ ਹੈ। ਸ਼ਹੀਦ ਕਿਰਪਾ ਕਰਨ ਬਾਬਾ ਦੀਪ ਸਿੰਘ ਜੀ, ਬਾਬਾ ਨੌਧ ਸਿੰਘ ਜੀ। ਇਹ ਕਾਰਜ ਦੀ ਸੁਧਾਈ ਵੀ ਹੋ ਜਾਵੇ ਤੇ ਇਹ ਛਪ ਵੀ ਜਾਵੇ। ਸੋ ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ। ਬਾਬਾ ਦੀਪ ਸਿੰਘ ਸਾਹਿਬ ਜੀ ਦੀ ਗੱਦੀ ਦੇ ਉੱਪਰ, ਉਹਨਾਂ ਦੇ ਪਾਵਨ ਅਸਥਾਨ ਤੇ, ਉਹਨਾਂ ਦੇ ਤਰਨੇ ਦਲ ਨੂੰ ਅੱਗੇ ਤੋਰਨ ਵਾਲੇ, ਚਾਰ ਚੰਦ ਲਾਉਣ ਵਾਲੇ ਮਹਾਨ ਮਹਾਂਪੁਰਖ ਬਾਬਾ ਜੱਸਾ ਸਿੰਘ ਜੀ ਸਰਹਾਲੀ ਵਾਲੇ, ਉਹਨਾਂ ਦਾ ਪਾਵਨ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਨ ਹਿਤ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਰਨ ਤਾਰਨ ਕੇ ਸੋ ਨਜ਼ਦੀਕ। ਹਾਂ, ਤਰਨ ਤਾਰਨ ਸਾਹਿਬ ਦੇ ਨੇੜੇ ਇੱਕ ਪਿੰਡ ਹੈ ਜਿਹਨੂੰ ਸਰਹਾਲੀ ਕਹਿੰਦੇ ਨੇ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਨੇ ਵੀ ਇਸ ਨਗਰ ਦੇ ਵਿੱਚ ਚਰਨ ਪਾਏ ਨੇ। ਤੇ ਬਾਬਾ ਵਿਧੀ ਚੰਦ ਸਾਹਿਬ ਜੀ ਆਪ ਜੀ ਦੇ ਨਾਨਕਿਆਂ ਦਾ ਇਹ ਨਗਰ ਸੀ। ਸੱਚੇ ਪਾਤਸ਼ਾਹ ਜੀ ਨੇ ਇਹ ਪਿੰਡ ਵਿੱਚ ਤਰਨ ਤਾਰਨ ਸਾਹਿਬ ਜਿਹੜਾ ਵੱਡਾ ਸਰੋਵਰ ਲਾਇਆ ਸੀ, ਇਹ ਲਾਉਣ ਦਾ ਉਤਸ਼ਾਹ ਕੀਤਾ ਸੀ। ਪਰ ਪਿੰਡ ਵਾਲਿਆਂ ਨੇ ਗੁਰੂ ਖਾਲਸਾ ਜੀ ਨਾ ਨੁਕਰ ਕੀਤੀ ਸੀ। ਤੇ ਸੱਚੇ ਪਾਤਸ਼ਾਹ ਜੀ ਨੇ ਅੱਗੇ ਆ ਕਰਕੇ ਤਰਨ ਤਾਰਨ ਸਾਹਿਬ ਦੀ ਧਰਤੀ ਦੇ ਉੱਪਰ ਐਸਾ ਪਾਵਨ ਤੀਰਥ ਲਾਇਆ ਤੇ ਵਰਦਾਨ ਦਿੱਤਾ, ਜਿਹੜਾ ਇੱਥੇ ਇਸ਼ਨਾਨ ਕਰੇਗਾ ਨਾ, ਉਹ ਭਵਜਲ ਸੰਸਾਰ ਤੋਂ ਤਰ ਜਾਵੇਗਾ। ਸੋ ਐਸਾ ਜੋ ਤਰਨ ਤਾਰਨ ਸਾਹਿਬ ਗੁਰੂ ਕਾ ਧਾਮ ਹੈ, ਇਸ ਧਾਮ ਦੇ ਨਜ਼ਦੀਕ ਨੇੜੇ ਹੀ ਹੈ। ਸਰਹਾਲੀ ਨਗਰ ਹੈ ਅਤਮੀਕ। ਸਰਹਾਲੀ ਨਗਰ ਹੈ ਜੋ ਬਹੁਤਾ ਸੁੰਦਰ ਹੈ। ਜਿਸ ਸਥਾਨ ਤੇ ਸ਼ਹੀਦਾਂ ਦੇ ਪਾਵਨ ਸਥਾਨ ਨੇ, ਮਹਾਨ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ, ਉਹਨਾਂ ਦੀ ਤਪੋ ਭੂਮੀ ਹੈ। ਬਾਬਾ ਰਾਮ ਸਿੰਘ ਜੀ ਦਾ ਪਾਵਨ ਸਥਾਨ ਹੈ। ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ ਮਹਾਂਪੁਰਖ, ਉਹਨਾਂ ਦਾ ਅੰਗੀਠਾ ਸਾਹਿਬ ਹੈ। ਉਹਨਾਂ ਦੁਆਰਾ ਪ੍ਰਗਟ ਕੀਤੇ ਹੋਏ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਥਾਨ ਹਨ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਗੁਰੂ ਕੇ ਸਿੱਖ ਬਾਬਾ ਵਿਧੀ ਚੰਦ ਸਾਹਿਬ ਜੀ, ਉਹਨਾਂ ਦੀ ਯਾਦ ਵਿੱਚ ਵੀ ਪਾਵਨ ਗੁਰਧਾਮ ਬਣਿਆ ਹੋਇਆ ਹੈ।
ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਵੀ ਪਾਵਨ ਗੁਰਦੁਆਰਾ ਹੈ। ਮਿਸਲ ਸ਼ਹੀਦਾਂ ਤਰਨਾ ਦਲ ਦੇ ਚੌਥੇ ਜਥੇਦਾਰ ਬਾਬਾ ਨੱਥਾ ਸਿੰਘ ਜੀ, ਉਹਨਾਂ ਦੀ ਯਾਦ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਐਸਾ ਜੋ ਇਤਿਹਾਸਕ ਬਹੁਤਾ ਹੀ ਸੁੰਦਰ ਨਗਰ ਹੈ, ਜਿੱਥੇ ਸਤਿਗੁਰੂ ਸਾਹਿਬ ਜੀ ਨੇ ਵੀ ਚਰਨ ਪਾਏ ਨੇ ਤੇ ਸ਼ਹੀਦਾਂ ਦੇ ਵੀ ਚਰਨ ਪਏ ਨੇ ਤੇ ਮਹਾਂਪੁਰਖਾਂ ਦੇ ਵੀ ਚਰਨ ਪਏ ਹੋਏ ਹਨ। ਉਦੈ ਸਿੰਘ ਕੀ ਬੰਸ ਮੈਂ। ਹਾਂ, ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਤੋਂ ਸਜਾਏ ਹੋਏ, ਤਿਨਾਂ ਦੇ ਨਵਾਜੇ ਹੋਏ ਭਾਈ ਸਾਹਿਬ ਭਾਈ ਮਣੀ ਸਿੰਘ ਸਾਹਿਬ ਜੀ ਤੇ ਭਾਈ ਮਣੀ ਸਿੰਘ ਸਾਹਿਬ ਜੀ ਦੇ ਸੁਪੁੱਤਰ ਹੋਏ ਨੇ ਬਾਬਾ ਉਦੈ ਸਿੰਘ ਜੀ, ਜਿਨ੍ਹਾਂ ਨੇ ਗੁਰੂ ਖਾਲਸਾ ਜੀ ਜਿਸ ਵਕਤ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਨੇ ਆਨੰਦਗੜ੍ਹ ਸਾਹਿਬ ਦਾ ਕਿਲ੍ਹਾ ਛੱਡਿਆ ਇਹਨਾਂ ਤੇ ਮਹਾਰਾਜ ਸਾਹਿਬ ਜੀ ਦੇ ਨਾਲ ਭਾਈ ਉਦੈ ਸਿੰਘ ਜੀ ਨੇ ਵੀ ਕਿਲ੍ਹਾ ਛੱਡਿਆ। ਬਾਬਾ ਅਜੀਤ ਸਿੰਘ ਜੀ ਪਿੱਛੇ ਰਹਿ ਗਏ ਤੇ ਭਾਈ ਉਦੈ ਸਿੰਘ ਜੀ ਨੂੰ ਮਹਾਰਾਜ ਨੇ ਹੁਕਮ ਕੀਤਾ ਵੀ ਕੋਈ ਸਿੰਘ ਹੋਵੇ ਜਿਹੜਾ ਸਾਡੇ ਸਾਹਿਬਜ਼ਾਦੇ ਨੂੰ ਸਾਡੇ ਵਹੀਰ ਦੇ ਨਾਲ ਮਿਲਾਵੇ। ਤਾਂ ਬਾਬਾ ਉਦੈ ਸਿੰਘ ਜੀ ਝੱਟ ਉੱਠ ਖੜੇ ਤੇ ਬਾਬਾ ਅਜੀਤ ਸਿੰਘ ਜੀ ਨੂੰ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਮੇਲ ਦਿੱਤਾ ਤੇ ਆਪ ਰਣ ਤੱਤੇ ਵਿੱਚ ਸ਼ਹੀਦ ਹੋ ਗਏ। ਐਸੇ ਬਾਬਾ ਉਦੈ ਸਿੰਘ ਜੀ ਜਦੋਂ ਸ਼ਹੀਦ ਹੋ ਗਏ, ਉਹਨਾਂ ਦੀ ਜਿਹੜੀ ਅੰਸ ਬੰਸ ਸੀ ਉਹ ਸਰਹਾਲੀ ਵਿੱਚ ਆ ਕੇ ਵਸ ਗਈ, ਮਾਝੇ ਦੇ ਵਿੱਚ ਆ ਕਰਕੇ ਮੁਕਾਮ ਕਰ ਲਿਆ। ਭਾਈ ਮਣੀ ਸਿੰਘ ਜੀ, ਉਹਨਾਂ ਦੇ ਸੁਪੁੱਤਰ ਬਾਬਾ ਉਦੈ ਸਿੰਘ ਜੀ, ਉਹਨਾਂ ਦੀ ਅੱਗੇ ਜਿਹੜੀ ਅੰਸ ਬੰਸ ਸੀ ਉਹ ਸਾਰੀ ਮਾਝੇ 'ਚ ਆ ਕੇ ਵਸੀ ਤੇ ਸਰਹਾਲੀ ਦੇ ਵਿੱਚ ਬਾਬੇ ਉਦੈ ਸਿੰਘ ਦਾ ਪਰਿਵਾਰ ਆ ਕੇ ਵਸ ਗਿਆ ਸੀ। ਬਸਤ ਥੀ ਅਤ ਧੀਰਜ ਜਾਮੈ। ਹਾਂ, ਜਿਨ੍ਹਾਂ ਦੇ ਮਨ ਵਿੱਚ ਗੁਰੂ ਦੇ ਪ੍ਰਤੀ ਪਿਆਰ ਵੀ ਬੜਾ ਸੀ ਤੇ ਧੀਰਜ ਵੀ ਬੜਾ ਸੀ, ਐਸੀ ਬਾਬੇ ਉਦੈ ਸਿੰਘ ਦੀ ਬੰਸ ਸਰਹਾਲੀ ਨਗਰ ਵਿੱਚ ਆ ਕੇ ਵਸਦੀ ਹੈ। ਜਬ ਆਨੰਦਪੁਰ ਤਜਿਓ ਦਸ਼ਮੇਸ਼। ਹਾਂ, ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਕਿਉਂਕਿ ਗੁਰੂ ਖਾਲਸਾ ਜੀ ਤੁਰਕ ਝੂਠੀਆਂ ਕਸਮਾਂ ਖਾਂਦੇ ਸਨ। ਹਿੰਦੂਆਂ ਨੇ ਵੀ ਆਟੇ ਦੀ ਗਊ ਬਣਾ ਕੇ ਲਿਆਂਦੀ ਸੀ ਅਤੇ ਮਹਾਰਾਜ ਸਾਹਿਬ ਜੀ ਦੇ ਅੱਗੇ ਕਸਮਾਂ ਖਾਧੀਆਂ ਸਨ। ਔਰੰਗਜ਼ੇਬ ਨੇ ਪਾਕੇ ਕੁਰਾਨ ਸ਼ਰੀਫ ਦੀ ਜਿਲਦ ਦੇ ਉੱਪਰ 5 ਇਕਰਾਰ ਲਿਖ ਕੇ ਮਹਾਰਾਜ ਨੂੰ ਕੁਰਾਨ ਸ਼ਰੀਫ ਭੇਜੀ ਵੀ ਜੇ ਮੈਂ ਇਹਨਾਂ ਇਕਰਾਰਾਂ ਤੋਂ ਮੁਕਰਾਂ ਤੇ ਮੈਨੂੰ ਪਾਕੇ ਕੁਰਾਨ ਸ਼ਰੀਫ ਦੀ ਸਹੁੰ ਲੱਗੇ। ਗੁਰੂ ਗਿਆਨ ਸਿੰਘਾਂ ਨੇ ਵੀ ਮਹਾਰਾਜ ਸਾਹਿਬ ਜੀ ਨੂੰ ਬਾਰ-ਬਾਰ ਬੇਨਤੀਆਂ ਕੀਤੀਆਂ। ਮਹਾਰਾਜ ਸਾਹਿਬ ਜੀ ਨੇ ਗੁਰੂ ਗਿਆਨ ਸਿੰਘਾਂ ਨੂੰ ਰੁਕਣ ਵਾਸਤੇ ਆਖਿਆ ਵੀ ਹਫ਼ਤਾ ਹੀ ਰੁਕ ਜਾਓ, 2 ਘੜੀਆਂ ਹੀ ਰੁਕ ਜਾਓ, 8 ਦਿਨ ਹੀ ਰੁਕ ਜਾਓ, ਅੱਜ ਦਾ ਦਿਨ ਹੀ ਰੁਕ ਜਾਓ। ਇੱਦਾਂ ਦੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਪਰ ਕੋਈ ਵੀ ਗੁਰੂ ਕਾ ਸਿੰਘ ਰੁਕਣ ਵਾਸਤੇ ਤਿਆਰ ਨਾ ਹੋਇਆ ਤੇ ਮਹਾਰਾਜ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ। ਗੁਰੂ ਖਾਲਸਾ ਜੀ, ਬਾਬਾ ਦਇਆ ਸਿੰਘ ਸਾਹਿਬ ਜੀ, ਬਾਬਾ ਉਦੈ ਸਿੰਘ ਸਾਹਿਬ ਜੀ, ਹੋਰ ਜਿੰਨੇ ਵੀ ਗੁਰੂ ਕੇ ਸਿੱਖ ਸਨ ਸਾਜੇ ਨਵਾਜੇ, ਉਹ ਸਾਰੇ ਮਹਾਰਾਜ ਸਾਹਿਬ ਜੀ ਦੇ ਨਾਲ ਆਨੰਦਪੁਰ ਸਾਹਿਬ ਨੂੰ ਮੱਥਾ ਟੇਕ ਕਰਕੇ ਤੇ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਚੱਲ ਪਏ। ਬੰਸ ਸਰਹਾਲੀ ਬਸਿਓ ਤੇਸ। ਹਾਂ, ਤੇਸ ਬਾਬਾ ਉਦੈ ਸਿੰਘ ਜੀ ਦੀ ਬੰਸ ਜਿਹੜੀ ਸੀ ਨਾ, ਜਦੋਂ ਸਤਿਗੁਰੂ ਸਾਹਿਬ ਜੀ ਦੇ ਉੱਪਰ ਬੜਾ ਵਿਖੜਾ ਸਮਾਂ ਆਇਆ, ਕੁਝ ਤੇ ਸ਼ਹੀਦ ਹੋ ਗਏ ਸਿੰਘ ਤੇ ਕੁਝ ਬਾਬਾ ਉਦੈ ਸਿੰਘ ਜੀ ਦੀ ਬੰਸ ਦੇ ਵਿੱਚੋਂ ਚੱਲ ਕਰਕੇ ਸਰਹਾਲੀ ਨਗਰ ਦੇ ਵਿੱਚ ਆ ਕਰਕੇ ਵਸ ਗਏ। ਜੱਸਾ ਸਿੰਘ ਸਰਹਾਲੀ ਈਸ। ਬਾਬਾ ਜੱਸਾ ਸਿੰਘ ਜੀ ਸਰਹਾਲੀ ਦੇ ਮਾਲਕ ਹੋਏ ਨੇ। ਸਰਹਾਲੀ ਵਿੱਚ ਆ ਕਰਕੇ ਉਹਨਾਂ ਨੇ ਗੁਰਸਿੱਖੀ ਦਾ ਬੰਨ ਬੰਨਿਆ ਹੈ। ਪ੍ਰਗਟਿਓ ਬੰਸ ਉਦੈ ਕੀ ਮੀਸ। ਬਾਬਾ ਉਦੈ ਸਿੰਘ ਜੀ ਦੀ ਬੰਸ ਵਿੱਚ ਮੇਰੇ ਈਸ਼ਵਰ ਬਾਬਾ ਉਦੈ ਸਿੰਘ ਸਾਹਿਬ ਜੀ ਪ੍ਰਗਟ ਹੋਏ ਨੇ। ਉਹਨਾਂ ਦੀ ਬੰਸ ਆਈ ਹੈ, ਉਹਨਾਂ ਦਾ ਖਾਨਦਾਨ ਇੱਥੇ ਆ ਕਰਕੇ ਵਧਿਆ ਹੈ। ਦੋਹਰਾ ਇੱਕ ਵਾਰ ਸ਼੍ਰੀ ਉਦੈ ਸਿੰਘ। ਹਾਂ, ਇਹ ਸਾਖੀ ਮੈਂ ਪੁਰਾਣੇ ਬਜ਼ੁਰਗਾਂ ਦੇ ਕੋਲੋਂ ਸੁਣੀ ਸੀ ਤੇ ਇਤਿਹਾਸ ਵਿੱਚ ਵੀ ਪੜ੍ਹੀ ਸੀ। ਇੱਕ ਵਾਰ ਭਾਈ ਉਦੈ ਸਿੰਘ ਜੀ
ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਰਨ ਵਿੱਚ ਬੈਠੇ ਸਨ। ਮਹਾਰਾਜ ਕਲਗੀਧਰ ਪਾਤਸ਼ਾਹ ਵੀ ਖੁਸ਼ੀਆਂ ਦੇ ਘਰ ਵਿੱਚ ਸਨ, ਬਖਸ਼ਿਸ਼ਾਂ ਵੰਡਦੇ ਪਏ ਸੀ। ਤੇ ਭਾਈ ਉਦੇ ਸਿੰਘ ਜੀ ਨੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜਾ ਕਰਕੇ ਭਾਖਿਓ ਸਤਿਗੁਰ ਪਾਸ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਧਰ ਕੇ ਗਲ ਵਿੱਚ ਪੱਲੂ ਪਾ ਕੇ ਦੋਏ ਹੱਥ ਜੋੜ ਕੇ ਮਹਾਰਾਜ ਕਲਗੀਧਰ ਜੀ ਨੂੰ ਅਰਦਾਸ ਕੀਤੀ। ਜਨਮ ਬਤਾਈਆ ਮੋਹਿ ਕੋ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਦੱਸੋ ਵੀ ਗੁਰੂ ਘਰ ਵਿੱਚ ਮੇਰਾ ਫਿਰ ਜਨਮ ਹੋਵੇਗਾ ਕਿ ਨਹੀਂ ਹੋਵੇਗਾ। ਮੈਂ ਤੁਹਾਡੇ ਚਰਨਾਂ ਕਮਲਾਂ ਦੀ ਹੋਰ ਸੇਵਾ ਕਰਾਂਗਾ ਕਿ ਨਹੀਂ ਕਰਾਂਗਾ। ਜਿਹੜਾ ਅੱਗੇ ਮੇਰਾ ਪੂਰਬ ਫਿਰ ਦੁਬਾਰਾ ਜਨਮ ਹੋਣਾ ਹੈ ਨਾ, ਉਹ ਆਪ ਜੀ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ। ਹੋਵੇ ਜਹਾਂ ਸੁਖ ਰਾਸ। ਜਿੱਥੇ ਮੇਰਾ ਜਨਮ ਹੋਣਾ ਹੈ, ਜਿਵੇਂ ਮੈਂ ਸਿੱਖੀ ਦੀ ਸੇਵਾ ਕਰਨੀ ਹੈ, ਇਹ ਸੁੱਖਾਂ ਦੇ ਸਮੁੰਦਰ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਮੈਨੂੰ ਦੱਸਣਾ ਕਰੋ। ਚਉਪਈ ਕਲਗੀਧਰ ਜੀ ਮੁਖ ਫਰਮਾਇਓ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਸੁਣ ਕੇ ਨਾ ਉਦੇ ਸਿੰਘ ਦੀ ਬੇਨਤੀ ਨੂੰ ਤੇ ਬੜੇ ਪ੍ਰਸੰਨ ਹੋਏ। ਤੇ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਕਹਿਣਾ ਕੀਤਾ, ਉਦੇ ਸਿੰਘ ਸੁਨ ਤੁਮ ਜੂ ਅਲਾਇਓ। ਹਾਂ ਉਦੇ ਸਿੰਘ, ਜਿਹੜੀ ਬੇਨਤੀ ਤੂੰ ਕੀਤੀ ਹੈ ਉਹਦਾ ਜਵਾਬ ਤੈਨੂੰ ਦਿੰਨੇ ਆ, ਕੰਨ ਦੇ ਕਰਕੇ ਸੁਣਨਾ ਕਰ। ਚਾਰ ਅਵਤਾਰ ਹੋਣਗੇ ਤੇਰੇ। ਦੁਨੀਆ ਦੇ ਵਿੱਚ ਤੇਰੇ 4 ਅਵਤਾਰ ਹੋਣਗੇ। 4 ਵਾਰ ਤੂੰ ਧਰਤੀ ਤੇ ਆਵੇਂਗਾ, ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰੇਗਾ। ਪ੍ਰਗਟੇਗਾ ਇਹ ਬਚ ਹੈ ਮੇਰੇ। ਮਹਾਰਾਜ ਕਲਗੀਧਰ ਜੀ ਨੇ ਬਚਨ ਕੀਤੇ, ਉਹਦੇ ਸਿੰਘ ਜੀ 4 ਵਾਰ ਦੁਨੀਆ ਤੇ ਪ੍ਰਗਟ ਹੋਵੋਗੇ। 4 ਵਾਰ ਤੁਹਾਡੇ ਸਰੀਰ ਤੋਂ ਸੇਵਾ ਲਵਾਂਗੇ, ਤੁਸੀਂ ਗੁਰਸਿੱਖੀ ਦਾ ਪ੍ਰਚਾਰ ਕਰੋਗੇ। ਇਹ ਮੇਰੇ ਬਚਨ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਲਗੀਧਰ ਜੀ ਨੇ ਇਹ ਬਾਬਾ ਉਦੇ ਸਿੰਘ ਜੀ ਨੂੰ ਬਖਸ਼ੀਸ਼ ਰੂਪ ਦੇ ਵਿੱਚ ਵਡਿਆਈ ਦੇਣਾ ਕੀਤੀ ਹੈ। ਤੂੰ ਹੋਵੇਂਗਾ ਪੰਥ ਸਰਦਾਰ। ਹਾਂ, ਤੂੰ ਪੰਥ ਦਾ ਸਰਦਾਰ ਹੋਵੇਂਗਾ। ਸਾਰਾ ਪੰਥ ਤੈਨੂੰ ਮੰਨੇਗਾ, ਦੁਨੀਆ ਤੇ ਆਵੇਂਗਾ ਅਤੇ ਮੇਰੇ ਪੰਥ ਦੀ ਤੂੰ ਵਾਗ ਡੋਰ ਸੰਭਾਲੇਗਾ। ਪੰਥ ਖਾਲਸਾ ਕਰੇ ਸਤਕਾਰ। ਸਾਰਾ ਗੁਰੂ ਕਾ ਪੰਥ ਖਾਲਸਾ ਤੇਰਾ ਸਤਕਾਰ ਕਰੇਗਾ, ਤੈਨੂੰ ਗਲ ਨਾਲ ਲਾਵੇਗਾ ਅਤੇ ਗੁਰੂ ਕਾ ਪੰਥ ਖਾਲਸਾ ਤੇਰੇ ਚਰਨਾਂ ਤੇ ਨਮਸਕਾਰ ਵੀ ਕਰੇਗਾ। ਕਿਉਂਕਿ ਗੁਰੂ ਖਾਲਸਾ ਜੀ, ਜਿਹੜਾ ਗੁਰੂ ਕੇ ਪੰਥ ਖਾਲਸੇ ਦਾ ਸਰਦਾਰ ਬਣਨਾ ਹੈ, ਇਹ ਬੜਾ ਅਲੌਕਿਕ ਹੈ। ਗੁਰੂ ਕੇ ਪੰਥ ਖਾਲਸੇ ਨੂੰ ਮਹਾਰਾਜ ਕਲਗੀਧਰ ਜੀ ਨੇ ਗੁਰਿਆਈ ਤੇ ਵਡਿਆਈ ਬਖਸ਼ੀ ਹੈ। ਇਹ ਗੁਰੂ ਕਾ ਪੰਥ ਖਾਲਸਾ ਜੇ ਤੇ ਕੋਈ ਗੁਰਮਤਿ ਦੇ ਰਸਤੇ ਤੇ ਚੱਲਦਾ ਹੋਇਆ ਗੁਰਸਿੱਖੀ ਦਾ ਪ੍ਰਚਾਰ ਕਰਦਾ ਏ, ਹਠੀ ਜਪੀ ਤਪੀ ਬਣ ਕਰਕੇ ਗੁਰਸਿੱਖਾਂ ਦੀ ਸੇਵਾ ਕਰਦਾ ਏ, ਫਿਰ ਤੇ ਗੁਰੂ ਕਾ ਪੰਥ ਖਾਲਸਾ ਉਸ ਜਥੇਦਾਰ ਨੂੰ, ਉਸ ਸਰਦਾਰ ਨੂੰ ਨਮਸਕਾਰ ਕਰਦਾ ਏ ਤੇ ਗਲ ਨਾਲ ਵੀ ਲਾਉਂਦਾ ਏ। ਤੇ ਜੇ ਗੁਰੂ ਖਾਲਸਾ ਜੀ ਕੋਈ ਖਰਾਬੀ ਕਰੇ, ਗੁਰੂ ਕੇ ਪੰਥ ਖਾਲਸੇ ਦਾ ਸਰਦਾਰ ਬਣ ਕੇ, ਤੇ ਫਿਰ ਗੁਰੂ ਕਾ ਪੰਥ ਖਾਲਸਾ ਉਹਦੇ ਕੋਲੋਂ ਸਰਦਾਰੀ ਖੋਹ ਵੀ ਲੈਂਦਾ ਏ। ਇਹ ਗੁਰੂ ਕੇ ਪੰਥ ਖਾਲਸੇ ਦੀ ਵਡਿਆਈ ਹੈ। ਤੋ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ, ਉਹਦੇ ਸਿੰਘ ਜੀ ਤੁਸੀਂ ਪੰਥ ਖਾਲਸੇ ਦੇ ਸਰਦਾਰ ਬਣੋਗੇ। ਸਾਰਾ ਗੁਰੂ ਕਾ ਪੰਥ ਖਾਲਸਾ ਤੇਰਾ ਸਤਕਾਰ ਮਾਣ ਹੀ ਰੱਖੇਗਾ। ਤੂੰ ਮੇਰੋ ਹੈ ਸਿਪਰ ਸਲਾਰ। ਹਾਂ, ਤੂੰ ਮੇਰਾ ਸਿਪਰ ਸਲਾਰ ਹੋਵੇਗਾ। ਘੋੜੇ ਤੇ ਚੜ ਕੇ ਜਾਵੇਂਗਾ, ਇਦਾਂ ਜਾਪੇਗਾ ਵੀ ਕਲਗੀਧਰ ਪਾਤਸ਼ਾਹ ਹੀ ਤੁਰਿਆ ਆਉਂਦਾ ਏ। ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੋਵੇਗਾ। ਤੇਰੋ ਕਰ ਮੇਰੋ ਸਤਕਾਰ। ਉਹਦੇ ਸਿੰਘ, ਦੁਨੀਆ ਦੇ ਉੱਪਰ ਤੇਰੇ ਕਰਕੇ ਮੇਰਾ ਸਤਕਾਰ ਹੋਵੇਗਾ। ਤੇਰੀ ਕਰਨੀ ਇੰਨੀ ਉੱਚੀ ਹੋਵੇਗੀ, ਤੇਰੀ ਕਰਨੀ ਵੱਲ ਵੇਖ ਕਰਕੇ ਤੇ ਲੋਕ ਮੇਰਾ ਧਿਆਨ ਧਰਨਗੇ, ਕਹਿਣਗੇ ਧੰਨ ਉਹਦੇ ਸਿੰਘ ਜਿਹਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿੱਖੀ ਕਮਾਈ ਹੈ। ਨਾਮ ਤੇਰਾ ਕੋਈ ਵੀ ਹੋਵੇਗਾ, ਰੂਪ ਤੇਰਾ ਕੋਈ ਵੀ ਹੋਵੇਗਾ, ਪਰ ਤੇਰੇ ਵਿੱਚੋਂ ਮੇਰਾ ਦਰਸ਼ਨ ਲੋਕ ਕਰਨਗੇ,
ਤੇਰੇ ਕਰਕੇ ਮੇਰਾ ਸਤਿਕਾਰ ਹੋਵੇਗਾ। 100 ਸਾਖੀ ਗ੍ਰੰਥ ਕੇ ਬੀਚ, ਹਾਂ, ਇੱਕ 100 ਸਾਖੀ ਗ੍ਰੰਥ ਹੈ ਜਿਹਦੇ ਵਿੱਚ ਮਹਾਰਾਜ ਕਲਗੀਧਰ ਜੀ ਦੇ 100 ਭਵਿੱਖਿਅਤ ਬਚਨ ਲਿਖੇ ਹੋਏ ਨੇ। ਉਦਾਂ ਤੇ ਗੁਰੂ ਖਾਲਸਾ ਜੀ 500 ਸਾਖੀ ਗ੍ਰੰਥ ਹੈ। ਇਹ 5 ਗ੍ਰੰਥ ਨੇ। ਇੱਕ ਦਾ ਨਾਮ ਮੰਗਲ ਪ੍ਰਕਾਸ਼ ਹੈ, ਇੱਕ ਦਾ ਨਾਮ ਰਤਨਮਾਲਾ ਹੈ, ਇੱਕ ਦਾ ਨਾਮ ਵਿਜੇ ਮੁਕਤ ਹੈ। ਇਦਾਂ ਗੁਰੂ ਖਾਲਸਾ ਜੀ ਇਹ 5 ਗ੍ਰੰਥ ਨੇ। ਹਰੇਕ ਗ੍ਰੰਥ ਵਿੱਚ 100 ਸਾਖੀਆਂ ਨੇ ਤੇ ਇਹਨਾਂ 5 ਗ੍ਰੰਥਾਂ ਨੂੰ 500 ਸਾਖੀ ਕਹਿ ਦਿੰਦੇ ਨੇ। ਇਹਨਾਂ ਗ੍ਰੰਥਾਂ ਦੇ ਵਿੱਚ ਕੁਝ ਭਵਿੱਖਿਅਤ ਵਾਕ ਨੇ, ਕੁਝ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਬਚਨ ਕਰਦੇ ਰਹੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਕੰਮ ਹੋਵੇਗਾ, ਇਹੋ ਜਿਹਾ ਗੁਰੂ ਕੇ ਖਾਲਸੇ ਤੇ ਵਿਖੜਾ ਸਮਾਂ ਆਵੇਗਾ। ਗੁਰੂ ਕਾ ਖਾਲਸਾ ਏਦਾਂ ਪੰਥ ਦੀ ਵਾਗ ਡੋਰ ਸੰਭਾਲੇਗਾ, ਏਦਾਂ ਰਾਜ ਕਰੇਗਾ ਤੇ ਏਦਾਂ ਗੁਰੂ ਕੇ ਪੰਥ ਖਾਲਸੇ ਦਾ ਰਾਜ ਖੁੱਸ ਜਾਵੇਗਾ। ਗੁਰਧਾਮਾਂ ਦੀ ਐਸੀ ਐਸੀ ਬੇਅਦਬੀ ਹੋਵੇਗੀ, ਗੁਰੂ ਕੇ ਪੰਥ ਖਾਲਸੇ ਦੇ ਉੱਪਰ ਇਹੋ ਜਿਹੇ ਕਹਿਰ ਢਾਏ ਜਾਣਗੇ। ਅੱਜ ਤੱਕ ਜੋ ਵੀ ਮਾੜਾ ਚੰਗਾ ਸਮਾਂ ਆਇਆ ਏ ਇਹ 100 ਸਾਖੀ ਵਿੱਚ ਲਿਖਿਆ ਹੋਇਆ ਏ। ਇੱਕ ਗੁਰੂ ਖਾਲਸਾ ਜੀ ਹੱਥ ਲਿਖਤ 100 ਸਾਖੀ ਸਰਬਲੋ ਬੁੰਗਾ ਨੰਗਲੀ ਵਿਖੇ ਵੀ ਸ਼ੁਭਾਇਮਾਨ ਹੈ। ਤੋ 100 ਸਾਖੀ ਗ੍ਰੰਥ ਦੇ ਵਿੱਚ ਇਹ ਬਚਨ ਦਾਸ ਨੇ ਪੜ੍ਹੇ ਸਨ ਤੇ ਆਪ ਗੁਰ ਸੰਗਤਾਂ ਦੇ ਅੱਗੇ ਹੁਣ ਮੈਂ ਰੱਖ ਰਿਹਾ ਹਾਂ। ਕਲਗੀਧਰ ਕਹਿਓ ਬਿਸਵੇ 20, ਹਾਂ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜੋ ਕਿਹਾ ਹੈ ਨਾ ਉਹ ਬਿਸਵੇ 20 ਉਸੇ ਤਰੀਕੇ ਨਾਲ ਹੀ ਹੋਵੇਗਾ। ਸ਼੍ਰੀ ਮੁਖ ਵਾਕ ਪਾਤਸ਼ਾਹੀ 10ਵੇਂ, ਉਦੇ ਸਿੰਘ ਕੀ ਕਰਨੀ ਪਾਲ, ਉਦੇ ਸਿੰਘ ਕੋ ਰਖਣਾ ਨਾਲ। ਇਹ ਭਜਨ 100 ਸਾਖੀ ਵਿੱਚ ਮਹਾਰਾਜ ਕਲਗੀਧਰ ਜੀ ਨੇ ਫਰਮਾਏ ਨੇ ਕਿ ਜਦੋਂ ਵਿਖੜਾ ਪੈਂਡਾ ਆਵੇਗਾ ਨਾ ਉਦੋਂ ਗੁਰੂ ਖਾਲਸਾ ਜੀ ਉਹਦੇ ਸਿੰਘ ਦੀ ਭਾਲ ਕਰਿਓ, ਉਹਦੇ ਸਿੰਘ ਦੇ ਨਾਲ ਹੋ ਕਰਕੇ ਰਿਓ ਤੇ ਉਹਨੂੰ ਆਪਣੇ ਨਾਲ ਰੱਖਿਓ। ਤੁਹਾਡਾ ਕੋਈ ਵਾਲ ਨਹੀਂ ਵਿੰਗਾ ਕਰ ਸਕੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਮਹਾਰਾਜ ਜੀ ਨੇ ਭਾਈ ਉਹਦੇ ਸਿੰਘ ਜੀ ਨੂੰ ਬਚਨ ਕੀਤੇ ਸਨ ਕਿ ਜਦੋਂ ਦੁਨੀਆ ਤੇ ਵਿਖੜਾ ਸਮਾਂ ਆਵੇਗਾ ਨਾ ਉਦੋਂ ਸਾਰੇ ਤੇਰੀ ਭਾਲ ਕਰਨਗੇ, ਤੈਨੂੰ ਆਪਣੇ ਨਾਲ ਰੱਖਣਗੇ। ਜਿਹੜਾ ਤੇਰੇ ਨਾਲ ਰਵੇਗਾ ਉਹਨੂੰ ਫਿਰ ਦੁੱਖ ਪੋ ਨਹੀਂ ਸਕੇਗਾ। ਇਹ ਮਹਾਰਾਜ ਸਾਹਿਬ ਜੀ ਨੇ 100 ਸਾਖੀ ਵਿੱਚ ਬਚਨ ਕੀਤੇ ਹਨ। ਵਿਖੜਾ ਸਮਾਂ ਆਵੇ ਜਬ ਪੰਥ, ਜਦੋਂ ਗੁਰੂ ਕੇ ਪੰਥ ਖਾਲਸੇ ਦੇ ਉੱਪਰ ਔਖਾ ਸਮਾਂ ਆਵੇਗਾ ਉਹਦੇ ਸਿੰਘ ਪ੍ਰਗਟੇਗਾ ਮਨਸ। ਹਾਂ, ਦੁਨੀਆ ਦੇ ਉੱਪਰ ਮਹਾਰਾਜ ਸਾਹਿਬ ਨੇ ਬਚਨ ਕੀਤੇ ਸਨ ਵੀ ਉਹਦੇ ਸਿੰਘ ਪ੍ਰਗਟ ਹੋਵੇਗਾ ਤੇ ਮਨਸ ਮੈਨੇ ਉਹ ਮੇਰੀ ਅੰਸ਼ ਲੈ ਕੇ ਆਵੇਗਾ। ਉਹਦੇ ਸਿੰਘ ਦੇ ਵਿੱਚ ਤੇ ਮੇਰੇ 'ਚ ਕੋਈ ਫਰਕ ਨਹੀਂ ਹੋਵੇਗਾ। ਮੇਰੇ ਵਿੱਚ ਤੇ ਉਹਦੇ ਸਿੰਘ ਦੇ ਵਿੱਚ ਇੱਕ ਹੀ ਅੰਸ਼ ਹੋਵੇਗੀ। ਇਹ ਬਚਨ ਸਾਚ ਹੋ ਆਇਓ, ਇਹ ਬਚਨ ਸੱਚ ਹੋ ਗਿਆ ਕਿਉਂਕਿ ਮਹਾਰਾਜ ਸਾਹਿਬ ਦੇ ਬਚਨ ਸਨ। ਉਹਦੇ ਸਿੰਘ ਤੇਰੇ 4 ਅਵਤਾਰ ਹੋਣਗੇ। ਇੱਕ ਅਵਤਾਰ ਤੇ ਉਦੋਂ ਹੋਵੇਗਾ ਜਦੋਂ ਪੰਥ ਤੇ ਵਿਖੜਾ ਸਮਾਂ ਆਵੇਗਾ। ਗੁਰੂ ਕਾ ਪੰਥ ਖਾਲਸਾ ਰਾਜ ਤਖਤੇ ਤੇ ਬੈਠੇਗਾ ਯੁੱਧ ਕਰਕੇ, ਤੇ ਕੁਝ ਪਹਿਲਾਂ ਆਉਣਗੇ ਅਵਤਾਰ ਤੇਰੇ। ਤੇ ਮਹਾਰਾਜ ਕਲਗੀਧਰ ਜੀ ਦੇ ਇਹ ਬਚਨ ਸੱਚ ਹੋ ਕਰਕੇ ਪੂਰੇ ਹੋ ਕਰਕੇ ਦੁਨੀਆ ਦੇ ਵਿੱਚ ਸਿੱਧ ਹੋਏ। ਉਦੇ ਸਿੰਘ ਸਰਹਾਲੀ ਪ੍ਰਗਟਾਇਓ, ਬਾਬਾ ਉਦੇ ਸਿੰਘ ਜੀ ਸਰਹਾਲੀ ਦੇ ਵਿੱਚ ਆ ਕਰਕੇ ਪ੍ਰਗਟ ਹੋ ਗਏ। ਉਦੇ ਸਿੰਘ ਦੀ ਬੰਸ ਵਿੱਚ ਬਾਬਾ ਜੱਸਾ ਸਿੰਘ ਜੀ ਜੋ ਚੱਲ ਕੇ ਆਏ ਇਹ ਬਾਬੇ ਉਦਾ ਸਿੰਘ ਜੀ ਦਾ ਹੀ ਅਵਤਾਰ ਸਨ। ਉਦੇ ਸਿੰਘ ਕਾ ਪ੍ਰਥਮ ਅਵਤਾਰ, ਗੁਰੂ ਖਾਲਸਾ ਜੀ ਬਾਬਾ ਜੱਸਾ ਸਿੰਘ ਜੀ ਬਾਬਾ ਉਦੇ ਸਿੰਘ ਜੀ ਦਾ ਪਹਿਲਾ ਅਵਤਾਰ ਤੁਸੀਂ ਜਾਣਨਾ ਕਰੋ। ਹੋਇਓ ਜੱਸਾ ਸਿੰਘ ਸਰਦਾਰ, ਜਿਹੜੇ ਬਾਬਾ ਜੱਸਾ ਸਿੰਘ ਜੀ ਸਰਦਾਰ ਹੋਏ ਨੇ ਸਰਹਾਲੀ ਵਿੱਚ, ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੀ ਗੱਦੀ ਤੇ ਬੈਠ ਕਰਕੇ ਗੁਰਸਿੱਖੀ ਦਾ ਮਹਾਨ ਪ੍ਰਚਾਰ ਅਤੇ ਪ੍ਰਸਾਰ ਕਰਨਾ ਕੀਤਾ। ਦੂਜੀ ਸਾਖੀ ਹਮ ਐਸੇ ਸੁਨਿਓ, ਦੂਜੀ ਸਾਖੀ ਗੁਰੂ ਖਾਲਸਾ ਜੀ ਇਹ ਮੈਂ ਇਦਾਂ ਸੁਣੀ ਸੀ।
ਅਤੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਵੀ ਪੜ੍ਹੀ ਸੀ। ਸੁਨੋ ਖਾਲਸਾ ਹਮ ਐਸੇ ਗੁਨਿਓ, ਗੁਰੂ ਖਾਲਸਾ ਜੀ ਧਿਆਨ ਲਾ ਕੇ ਸੁਣੋ, ਇਸ ਤਰੀਕੇ ਦੇ ਨਾਲ ਇਹ ਸਾਖੀ ਮੈਂ ਵਿਚਾਰਨਾ ਕੀਤੀ ਸੀ। ਜਬ ਦਸ਼ਮੇਸ਼ ਆਨੰਦਪੁਰ ਛਾੜ, ਜਦੋਂ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ ਕੀਤਾ ਏ। ਪਹੁੰਚੇ ਕੀਰਤਪੁਰ ਕੇ ਪਾਸ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੇ ਕੋਲ ਪਹੁੰਚੇ ਨੇ। ਸੱਚੇ ਪਾਤਸ਼ਾਹ ਜੀ ਦੇ ਨਾਲ ਮਾਤਾਵਾਂ ਦੇ ਡੋਲੇ ਵੀ ਹਨ, ਸਾਹਿਬਜ਼ਾਦੇ ਵੀ ਨੇ, ਤੇ ਗੁਰੂ ਕੇ ਸਿੱਖ ਤੇ ਸਿੱਖਾਂ ਦਾ ਪਰਿਵਾਰ ਵੀ ਹੈ। ਦੋਹਰਾ ਸ਼ਹਿਜ਼ਾਦਾ ਅਜੀਤ ਸਿੰਘ, ਸਤਿਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਪਾਲਿਆ ਸੀ, ਮਹਾਰਾਜ ਆਪਣੀ ਗੋਦ ਵਿੱਚ ਬਿਠਾਇਆ ਕਰਦੇ ਸਨ। ਜਿਨ੍ਹਾਂ ਨੇ ਚਮਕੌਰ ਸਾਹਿਬ ਦੇ ਵਿੱਚ ਜਾ ਕਰਕੇ ਸ਼ਹੀਦੀ ਆਸਣ ਲਾਉਣਾ ਕੀਤਾ, ਐਸੇ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ। ਲੜਿਓ ਆਏ ਨਿਰਮੋਹ, ਜਿੱਥੇ ਨਿਰਮੋਹਗੜ੍ਹ ਦਾ ਕਿਲ੍ਹਾ ਇਹ ਕੀਰਤਪੁਰ ਸਾਹਿਬ ਦੇ ਪਾਸ ਹੀ, ਉੱਥੇ ਆ ਕਰਕੇ ਤੁਰਕਾਂ ਦੇ ਨਾਲ ਲੜੇ ਹਨ, ਤੁਰਕਾਂ ਦੇ ਨਾਲ ਯੁੱਧ ਕਰਨਾ ਕੀਤਾ ਏ। ਮੁਗਲ ਪਠਾਨਨ ਆਏ ਕੈ, ਮੁਗਲ ਪਠਾਨਾਂ ਨੇ ਆ ਕੇ ਇਕੱਠਿਆਂ ਹੋ ਕਰਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਘੇਰੇ ਵਿੱਚ ਲੈ ਲੈਣਾ ਕੀਤਾ ਏ। ਘੇਰ ਲਿਓ ਕਰ ਧਰੋਹ, ਹਾਂ, ਉਹਨਾਂ ਨੇ ਵੈਰ ਕਰਕੇ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਘੇਰਾ ਪਾ ਲਿਆ ਏ। ਕਿਉਂਕਿ ਗੁਰੂ ਖਾਲਸਾ ਜੀ ਜਿਹੜੇ ਤੁਰਕ ਹੋਏ ਹੈ ਨਾ, ਇਹ ਹਮੇਸ਼ਾ ਹੀ ਧਰੋਹ ਕਰਦੇ ਆਏ ਨੇ। ਇਹਨਾਂ ਦੇ ਮਨ ਵਿੱਚ ਹਮੇਸ਼ਾ ਹੀ ਕਪਟ ਰਿਹਾ ਏ। ਕਪਟ ਤੋਂ ਇਲਾਵਾ ਇਹਨਾਂ ਦੇ ਮਨ ਵਿੱਚ ਕੁਝ ਨਹੀਂ ਰਿਹਾ। ਸਮੇਂ ਦੇ ਨਾਲ ਇਹਨਾਂ ਨੇ ਝੂਠੀਆਂ ਸਹੁੰਆਂ ਖਾਧੀਆਂ ਤੇ ਸਹੁੰਆਂ ਖਾ ਕੇ ਮੁਕਰਨਾ ਕੀਤਾ ਏ। ਰਤਨ ਸਿੰਘ ਜੀ ਭੰਗੂ ਨੇ ਪੰਥ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਿਆ ਏ ਵੀ ਆਪਣੀ ਬਾਹ ਨੂੰ ਤੇਲ ਦੇ ਕੜਾਹੇ ਵਿੱਚ ਪਾ ਕਰਕੇ ਤੇ ਫਿਰ ਤਿਲਾਂ ਦੀ ਬੋਰੀ ਵਿੱਚ ਪਾਓ। ਜਿੰਨੇ ਤਿਲ ਬਾਹ ਦੇ ਉੱਪਰ ਲੱਗ ਜਾਣ, ਇੰਨੀਆਂ ਕਸਮਾਂ ਤੁਰਕ ਖਾ ਲੈਣ, ਇਹਨਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਪਾਕੇ ਕੁਰਾਨ ਸ਼ਰੀਫ ਦੀ ਕਸਮ ਖਾ ਕੇ ਮੁਕਰੇ ਨੇ। ਭਾਵੇਂ ਗੁਰੂ ਘਰ ਦੇ ਸ਼ਰਧਾਲੂ ਵੀ ਹੋਏ ਨੇ, ਹਾ ਦਾ ਨਾਰਾ ਮਾਰਨ ਵਾਲੇ ਵੀ ਹੋਏ ਨੇ, ਪਰ ਬਹੁਤਾਤ ਵਿੱਚ ਇਹਨਾਂ ਨੇ ਗੁਰੂ ਖਾਲਸਾ ਜੀ ਹਮੇਸ਼ਾ ਧਰੋਹ ਦੇ ਨਾਲ, ਕਪਟ ਦੇ ਨਾਲ ਹੀ ਰਾਜ ਭਾਗ ਚਲਾਉਣਾ ਕੀਤਾ ਏ। ਤਖਤੇ ਮਲਣੇ ਕੀਤੇ ਨੇ ਅਤੇ ਲੋਕਾਂ ਨੂੰ ਦੁੱਖ ਦੇਣਾ ਕੀਤਾ ਏ। ਸੋ ਇਹਨਾਂ ਨੇ ਧਰੋਹ ਕਰਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਹਨਾਂ ਨੂੰ ਘੇਰ ਲੈਣਾ ਕੀਤਾ ਤੇ ਚੱਕਰ ਦੇ ਵਿੱਚ ਫਸਾ ਲੈਣਾ ਕੀਤਾ। ਜੋ ਪਈ ਤਬ ਟਿੱਬੀ ਸਿਆਮ ਪਹੁੰਚੇ ਦਸੀਸ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਈਸ਼ਵਰ ਟਿੱਬੀ ਸਾਹਿਬ ਅਸਥਾਨ ਆਉਂਦਾ ਏ। ਕੀਰਤਪੁਰ ਸਾਹਿਬ ਤੋਂ ਜਦੋਂ ਰੋਪੜ ਵੱਲ ਨੂੰ ਜਾਈਏ, ਸੱਚੇ ਪਾਤਸ਼ਾਹ ਜੀ ਉਸ ਪਾਵਨ ਅਸਥਾਨ ਦੇ ਉੱਪਰ ਪਹੁੰਚ ਚੁੱਕੇ ਸਨ। ਸ਼ਹਿਜ਼ਾਦਾ ਦਲ ਲਖਿਓ ਨਾ ਈਸ, ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਚਾਰ ਕੀਤੀ ਵੀ ਸਾਹਿਬਜ਼ਾਦੇ ਦਾ ਦਲ ਨਹੀਂ ਦਿਖਾਈ ਦਿੰਦਾ, ਉਹ ਜਾਪਦਾ ਪਿੱਛੇ ਹੀ ਰਹਿ ਗਿਆ ਏ। ਇਹ ਵਿਚਾਰ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਕੀਤੀ ਵੀ ਸਾਹਿਬਜ਼ਾਦਾ ਅਜੀਤ ਸਿੰਘ ਤੇ ਉਹਦੇ ਨਾਲ ਰਹਿਣ ਵਾਲੇ ਗੁਰੂ ਕੇ ਸਿੰਘ, ਗੁਰੂ ਕੇ ਸਿੰਘਾਂ ਦਾ ਦਲ ਕਿਧਰੇ ਦਿਖਾਈ ਨਹੀਂ ਦਿੰਦਾ। ਕਲਗੀਧਰ ਨੇ ਤਬੀ ਵਿਚਾਰਿਓ, ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਜਿਹੜੇ ਘਟਾਂ ਘਟਾਂਤਰਾਂ ਦੀ ਜਾਣਨਹਾਰ ਨੇ, ਉਹਨਾਂ ਨੇ ਮਨ ਵਿੱਚ ਇਹ ਵਿਚਾਰ ਕਰਨਾ ਕੀਤੀ। ਸ਼ਹਿਜ਼ਾਦਾ ਆਸਣ ਚਮਕੌਰ ਨਿਹਾਰਿਓ, ਮਹਾਰਾਜ ਸਾਹਿਬ ਜੀ ਨੇ ਨਿਗਾਹ ਲਾ ਕੇ ਦੇਖਿਆ ਦਿਵ ਦ੍ਰਿਸ਼ਟੀ ਨਾਲ ਕਿ ਸਾਡੇ ਸਾਹਿਬਜ਼ਾਦੇ ਦਾ ਆਸਣ ਇੱਥੇ ਨਹੀਂ ਹੈ, ਉਹ ਤੇ ਆਸਣ ਚਮਕੌਰ ਸਾਹਿਬ ਦੀ ਧਰਤੀ ਤੇ ਲੱਗਣਾ ਹੈ। ਉੱਥੇ ਸਾਡੇ ਸਾਹਿਬਜ਼ਾਦੇ ਨੇ ਸ਼ਹਾਦਤ ਪਾਉਣੀ ਹੈ, ਧਰਮ ਦੇ ਅਰਥੇ ਜੰਗ ਕਰਨਾ ਹੈ ਅਤੇ ਵੈਰੀਆਂ ਨੂੰ ਝਟਕਾਉਂਦਿਆਂ ਹੋਇਆਂ, ਆਪਣੇ ਦਾਦੇ ਦੀ ਪੱਗ ਨੂੰ ਨਾ ਦਾਗ ਲਾਉਂਦਿਆਂ ਹੋਇਆਂ, ਉਹਨਾਂ ਨੇ ਉੱਥੇ ਸ਼ਹੀਦੀ ਆਸਣ ਲਾਉਣਾ ਹੈ।
ਇਹ ਗੱਲ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਵਿੱਚ ਵਿਚਾਰਨਾ ਕੀਤੀ। ਐਸੇ ਵਿਚਾਰ ਕਹਿਓ ਉਚਾਰ। ਇਦਾਂ ਕਲਗੀਧਰ ਪਾਤਸ਼ਾਹ ਜੀ ਨੇ ਵਿਚਾਰ ਕਰਕੇ ਤੇ ਗੁਰੂ ਕੇ ਪੰਥ ਖਾਲਸੇ ਦੇ ਵਿੱਚ ਉੱਚੀ ਦਿਨੀ ਉਚਾਰ ਕੇ ਗੱਜ ਕੇ ਬਚਨ ਕਹਿਣਾ ਕੀਤੇ। ਹੈ ਕੋਈ ਸਿੱਖ ਲਿਆਵੈ ਤਾਰ। ਮਹਾਰਾਜ ਸਾਹਿਬ ਜੀ ਕਹਿੰਦੇ ਕੋਈ ਸਿੱਖ ਹੈਗਾ ਏ ਜਿਹੜਾ ਸਾਡੇ ਸਾਹਿਬਜ਼ਾਦੇ ਨੂੰ ਲਿਆਵੇ ਤੇ ਲਿਆ ਕੇ ਸਾਡੇ ਨਾਲ ਮਿਲਾ ਦੇਵੇ। ਐਸਾ ਮਹਾਰਾਜ ਸਾਹਿਬ ਜੀ ਨੇ ਉੱਚੀ ਦਿਨੀ ਬਚਨ ਕਰਨਾ ਕੀਤਾ। ਉਦੇ ਸਿੰਘ ਤਬ ਬੋਲਿਓ ਗਾਜ। ਹਾਂ ਭਾਈ ਉਦੇ ਸਿੰਘ ਜੀ ਮਹਾਰਾਜ ਸਾਹਿਬ ਜੀ ਦੇ ਪਾਸ ਖਲੋਤੇ ਸਨ ਤੇ ਉਹਨਾਂ ਨੇ ਹੱਥ ਜੋੜੇ ਤੇ ਗੱਜ ਕੇ ਮਹਾਰਾਜ ਕਲਗੀਧਰ ਜੀ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਕੀਤੀ। ਸੱਚੇ ਪਾਤਸ਼ਾਹ ਜੀ ਨੂੰ ਬਚਨ ਕਹਿਣਾ ਕੀਤੇ। ਮੈਂ ਲਿਆਉਂਗਾ ਹੋ ਬਿਨ ਨਾਜ। ਸੱਚੇ ਪਾਤਸ਼ਾਹ ਜੀ ਮੈਂ ਨਖਰਿਆਂ ਤੋਂ ਬਿਨਾਂ ਗੱਲ ਕਹਿਣਾ ਵੀ ਮੈਂ ਲਿਆਵਾਂਗਾ, ਮੈਂ ਨਖਰੇ ਨਹੀਂ ਕਰਦਾ। ਕਈ ਗੁਰੂ ਖਾਲਸਾ ਜੀ ਮੂੰਹ ਰੱਖਵੀਂ ਗੱਲ ਕਰ ਜਾਂਦੇ ਹੈ ਨਾ ਕਿ ਸਤਿਗੁਰੂ ਸਾਹਿਬ ਨੂੰ ਕਹਿ ਦਿਓ ਸਤਿਗੁਰੂ ਸਾਹਿਬ ਕਿਹੜੇ ਤੋਰ ਦੇਣ ਲੱਗੇ ਨੇ, ਨਾਜਦਾਰ ਹੁੰਦਾ ਇਹ ਨਖਰਾ। ਉਦੇ ਸਿੰਘ ਕਹਿਣ ਲੱਗਾ ਮਹਾਰਾਜ ਮੈਂ ਨਖਰਾ ਨਹੀਂ ਕਰਦਾ ਕੋਈ ਵੀ, ਆਪ ਜੀ ਹੁਕਮ ਕਰੋ ਮੈਂ ਤੁਹਾਡੇ ਹੁਕਮ ਨੂੰ ਮੰਨਾਂਗਾ। ਧੰਨ ਨੇ ਭਾਈ ਉਦੇ ਸਿੰਘ ਜੀ ਜਿਨ੍ਹਾਂ ਨੇ ਮਨ ਵਿੱਚ ਇਹ ਨਹੀਂ ਲਿਆਂਦਾ ਵੀ ਕਲਗੀਧਰ ਪਾਤਸ਼ਾਹ ਆਪਣੇ ਪੁੱਤ ਨੂੰ ਬਚਾਉਂਦਾ ਪਿਆ ਏ ਤੇ ਮੈਨੂੰ ਬਲ ਦੀ ਅੱਗ ਵਿੱਚ ਧੱਕਦਾ ਪਿਆ ਏ। ਇਹਦੇ ਗੁਰੂ ਖਾਲਸਾ ਜੀ ਕੁਦਰਤੀ ਇਹੋ ਜਿਹਾ ਬਚਨ ਮਨ ਵਿੱਚ ਆ ਜਾਂਦਾ ਏ ਵੀ ਆਪਣਿਆਂ ਨੂੰ ਤੇ ਕਹਿੰਦਾ ਏ ਵੀ ਨਾਲ ਮਿਲਾ ਦਿਓ ਤੇ ਸਾਨੂੰ ਕਹਿੰਦਾ ਏ ਵੀ ਤੁਸੀਂ ਜਾ ਕੇ ਲੜੋ। ਤੇ ਧੰਨ ਨੇ ਪਿਆਰੇ ਉਦੇ ਸਿੰਘ ਜੀ ਜਿਨ੍ਹਾਂ ਨੇ ਮਨ ਵਿੱਚ ਇਹ ਬਚਨ ਨਹੀਂ ਰੱਖਿਆ ਤੇ ਇਹੋ ਜੀ ਸ਼ਰਧਾ ਇਹੋ ਜਿਹਾ ਅਕੀਦਾ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਚਰਨਾਂ ਕਮਲਾਂ ਦੇ ਉੱਪਰ ਰੱਖਣਾ ਕੀਤਾ ਏ। ਉਦੇ ਸਿੰਘ ਤੂੰ ਮੰਗ ਵਰਦਾਨ। ਮਹਾਰਾਜ ਕਲਗੀਧਰ ਜੀ ਨਿਹਾਲੋ ਨਿਹਾਲ ਹੋ ਗਏ। ਕਹਿਣ ਲੱਗੇ ਉਦੇ ਸਿੰਘ ਤੇਰੇ ਤੇ ਬੜੀ ਖੁਸ਼ੀ ਹੈ, ਤੂੰ ਵਰਦਾਨ ਮੰਗ, ਜੋ ਮੰਗੇਗਾ ਤੈਨੂੰ ਉਹੋ ਹੀ ਦੇ ਦੇਣਾ ਹੈ। ਤੇਰੇ ਤੇ ਬਹੁਤ ਜ਼ਿਆਦਾ ਅਸੀਂ ਖੁਸ਼ ਹੋ ਗਏ ਹਾਂ। ਹੋਵੇਗਾ ਜੈਸ ਕਰੈ ਬਖਾਨ। ਜੋ ਤੂੰ ਮੂੰਹ ਕਹਿ ਦੇਵੇਂਗਾ ਉਹੋ ਹੀ ਗੱਲ ਪੂਰੀ ਹੋ ਜਾਵੇਗੀ। ਜਿਵੇਂ ਤੂੰ ਕਿਹਾ ਹੈ ਨਾ ਗੱਜ ਕੇ ਵੀ ਮੈਂ ਜਾਣਾ ਹੈ, ਮਹਾਰਾਜ ਕਹਿੰਦੇ ਅਸੀਂ ਵੀ ਗੱਜ ਕੇ ਕਹਿੰਦੇ ਹਾਂ। ਜਿਹੜਾ ਗੁਰੂ ਦਾ ਹੋ ਜਾਂਦਾ ਹੈ ਨਾ ਮਨੋ ਤਨੋ, ਗੁਰੂ ਉਹਨੂੰ ਕਹਿੰਦਾ ਵੀ ਹੁਣ ਮੈਂ ਵੀ ਤੇਰਾ ਹੀ ਹਾਂ ਮਨੋ ਤਨੋ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜਿੱਦਾਂ ਤੂੰ ਕਹਿਣਾ ਹੈ ਉਹਦੇ ਸਿਆ ਉਸੇ ਤਰੀਕੇ ਦੇ ਨਾਲ ਹੀ ਹੋਵੇਗਾ। ਜੱਸਾ ਸਿੰਘ ਸੋ ਤਬੀ ਲਾਇਓ। ਹਾਂ ਪਿਆਰੇ ਉਦੇ ਸਿੰਘ ਜੀ ਉਹਨਾਂ ਨੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ। ਸਭ ਕਿਛ ਤੁਝ ਹੀ ਤੇ ਮੈਂ ਪਾਇਆ। ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਸਾਰਾ ਕੁਝ ਮੈਂ ਤੁਹਾਡੇ ਦਰ ਤੋਂ ਹੀ ਪਾਇਆ ਏ, ਮੈਂ ਅੱਗੇ ਕਿਹੜਾ ਕਿਸੇ ਪਦਾਰਥ ਤੋਂ ਵੀ ਹੋਣਾ ਏ। ਸਿੱਖੀ ਦਿੱਤੀ ਹੈ ਮਹਾਰਾਜ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਜਿਹਨੂੰ ਵੱਡੇ ਵੱਡੇ ਦੇਵਤੇ ਲੱਭਦੇ ਫਿਰਦੇ ਨੇ ਉਹ ਅੰਮ੍ਰਿਤ ਦਿੱਤਾ ਏ। ਮਹਾਰਾਜ ਸਾਰਾ ਕੁਝ ਤੇ ਮੈਂ ਤੁਹਾਡੇ ਚਰਨਾਂ ਕਮਲਾਂ ਵਿੱਚੋਂ ਪਾਉਣਾ ਕੀਤਾ ਏ। ਇੱਕ ਇੱਛਾ ਹੈ ਮੇਰੀ ਦਾਸ। ਬਸ ਤੁਹਾਡੇ ਦਾਸ ਦੀ ਇੱਕੋ ਹੀ ਇੱਛਾ ਏ, ਇੱਕੋ ਹੀ ਸੁਪਨਾ ਏ, ਇੱਕੋ ਹੀ ਅਰਦਾਸ ਹੈ, ਇੱਕੋ ਹੀ ਇੱਛਾ ਏ। ਉਹ ਮੈਂ ਤੁਹਾਡੇ ਚਰਨਾਂ ਕਮਲਾਂ ਵਿੱਚ ਜ਼ਾਹਰ ਕਰਦਾ ਹਾਂ। ਰਹੋ ਸਦਾ ਚਰਨਨ ਤੁਮ ਪਾਸ। ਸੱਚੇ ਪਾਤਸ਼ਾਹ ਮੇਰੀ ਹੱਥ ਬੰਨ ਕੇ ਬੇਨਤੀ ਹੈ ਮੈਂ ਤੁਹਾਡੇ ਚਰਨਾਂ ਵਿੱਚ ਰਵਾਂ। ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਨਾ ਤੇ ਮੈਨੂੰ ਰਾਜ ਚਾਹੀਦਾ ਜੀ, ਮੈਂ ਨਹੀਂ ਚਾਹੁੰਦਾ ਵੀ ਮੈਂ ਦਿੱਲੀ ਦੇ ਤਖਤੇ ਤੇ ਬਵਾਂ, ਨਾ ਮਹਾਰਾਜ ਮੈਨੂੰ ਮੁਕਤੀ ਚਾਹੀਦੀ ਹੈ, ਮੈਨੂੰ ਤੇ ਤੁਹਾਡੇ ਚਰਨਾਂ ਕਮਲਾਂ ਦਾ ਪਿਆਰ ਚਾਹੀਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸਾਹਿਬ ਜੀ ਦੇ ਪਿਆਰੇ ਕਹਿਣ ਲੱਗੇ ਸੱਚੇ ਪਾਤਸ਼ਾਹ ਨਾ ਮੈਨੂੰ ਰਾਜ ਚਾਹੀਦਾ ਏ ਤੇ ਨਾ ਮੈਨੂੰ ਮੁਕਤੀ ਚਾਹੀਦੀ ਹੈ, ਮੈਂ ਤੇ ਇਹ ਅਰਦਾਸ ਕਰਦਾ ਵੀ ਤੁਹਾਡੇ ਚਰਨਾਂ ਕਮਲਾਂ 'ਚ ਸਦਾ ਰਵਾਂ, ਸਦਾ ਹੀ ਤੁਹਾਡੇ ਚਰਨਾਂ ਕਮਲਾਂ ਦੇ ਨਾਲ ਮੇਰੀ ਬਣ ਆਵੇ। ਪ੍ਰੀਤ ਹਮਾਰੀ ਕਬੀ ਨਾ ਟੂਟੈ। ਸਤਿਗੁਰੂ ਸਾਹਿਬ ਜੀ ਇਹ ਵਰਦਾਨ ਦਿਓ ਤੁਹਾਡੇ ਚਰਨਾਂ ਕਮਲਾਂ ਦੇ ਨਾਲੋਂ ਸਾਡੀ ਪ੍ਰੀਤੀ ਕਦੇ ਟੁੱਟੇ ਨਾ, ਸਦਾ ਹੀ ਤੁਹਾਡੇ ਚਰਨਾਂ ਕਮਲਾਂ ਦੇ ਨਾਲ ਸਾਡੀ ਲੱਗੀ ਰਵੇ। ਇਦਾਂ ਹੀ ਜਨਮ ਧਾਰਦੇ ਰਹੀਏ
ਤੇਰੇ ਚਰਨਾਂ ਕਮਲਾਂ ਦੇ ਭੌਰੇ ਬਣ ਕੇ ਤੇਰੀ ਸੇਵਾ ਵਿੱਚ ਲੱਗੇ ਰਹੀਏ। ਬੰਸ ਹਮਾਰੀ ਖੁਸ਼ੀ ਤੁਮ ਲੂਟੈ। ਸੱਚੇ ਪਾਤਸ਼ਾਹ ਜੀ, ਜਿਹੜੀ ਸਾਡੀ ਬੰਸ ਹੈ ਨਾ, ਇਹ ਤੇਰੇ ਦਰ ਤੇ ਤੇਰੀਆਂ ਖੁਸ਼ੀਆਂ ਲੁੱਟਦੀ ਰਵੇ। ਇਹ ਸਾਡੇ ਉੱਪਰ ਮਿਹਰ ਕਰੋ, ਸਾਡੇ ਉੱਪਰ ਦਇਆ ਕਰੋ ਸੱਚੇ ਪਾਤਸ਼ਾਹ ਜੀ। ਬੰਸ ਹਮਾਰੀ ਪ੍ਰਗਟੇ ਸਰਦਾਰ। ਸੱਚੇ ਪਾਤਸ਼ਾਹ ਜੀ, ਇੱਕ ਵਰਦਾਨ ਹੋਰ ਦਿਓ, ਸਾਡੀ ਬੰਸ ਦੇ ਵਿੱਚ ਸਰਦਾਰ ਪੈਦਾ ਹੋਣ। ਸਰਦਾਰ ਕਿਹੋ ਜਿਹੇ ਹੋਣ? ਜਿਹੜੇ ਤੇਰੇ ਚਰਨਾਂ ਕਮਲਾਂ ਦੇ ਭੌਰੇ ਹੋਣ, ਤੇਰੇ ਚਰਨਾਂ ਕਮਲਾਂ ਵਿੱਚ ਰਹਿ ਕਰਕੇ ਆਪਣਾ ਜੀਵਨ ਬਤੀਤ ਕਰਨ, ਆਪਣਾ ਜੀਵਨ ਤੇਰੀ ਸਿੱਖੀ ਤੋਂ ਨਿਸ਼ਾਵਰ ਕਰਨ, ਨਾਮ ਜਪ ਕੇ ਦੇਗ ਤੇਗ ਚਲਾ ਕਰਕੇ ਮੇਰੀ ਬੰਸ ਦੇ ਨਾਮ ਨੂੰ ਰੌਸ਼ਨ ਕਰਦੇ ਰਹਿਣ। ਸਦਾ ਕਰੇ ਸੋ ਤੁਮਰੀ ਕਾਰ। ਸੱਚੇ ਪਾਤਸ਼ਾਹ ਜੀ, ਇਹੋ ਜਿਹੇ ਸਰਦਾਰ ਪੈਦਾ ਹੋਣ ਜੋ ਤੇਰੇ ਘਰ ਦੀ ਸੇਵਾ ਸਦਾ ਹੀ ਕਰਦੀ ਰਹਿਣ, ਕਾਰ ਸੇਵਾ ਕਰਨ, ਤੇਰੇ ਘਰ ਦੇ ਵਿੱਚ ਦੇਗ ਲੰਗਰ ਚਲਾਉਣ, ਤੇਰੇ ਘਰ ਦੇ ਵਿੱਚ ਜੰਗਾਂ ਕਰਨ, ਧਰਮ ਯੁੱਧ ਕਰਕੇ ਆਪਣੇ ਆਪ ਨੂੰ ਸਫਲਿਆਂ ਕਰਨ। ਤਥਾਸਤ ਕਲਗੀ ਧਰ ਫਰਮਾਇਓ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਕਿਹਾ ਤਥਾਸਤੂ, ਜਿਵੇਂ ਕਹਿੰਦੇ ਹੋ ਉਸੇ ਤਰ੍ਹਾਂ ਹੀ ਹੋਵੇਗਾ। ਉਹਦੇ ਸਿੰਘ, ਤੂੰ ਮੇਰਾ ਮਨ ਜਿੱਤ ਲਿਆ ਏ, ਮੇਰੇ ਮਨ ਨੂੰ ਭਾ ਗਿਆ ਏ, ਜਿਵੇਂ ਤੂੰ ਬਚਨ ਕਰਦਾ ਏ ਉਸੇ ਤਰੀਕੇ ਨਾਲ ਹੀ ਹੋਵੇਗਾ। ਇਸ ਫਲ ਜੱਸਾ ਸਿੰਘ ਸੋ ਆਇਓ। ਹਾਂ ਪਿਆਰੇ, ਉਹਦੇ ਸਿੰਘ ਜੀ ਨੇ ਜੋ ਮਹਾਰਾਜ ਕਲਗੀਧਰ ਜੀ ਤੋਂ ਵਰਦਾਨ ਲਿਆ ਸੀ ਨਾ, ਉਹ ਵਰਦਾਨ ਫਲੀਭੂਤ ਹੋਇਆ। ਉਹ ਬਲ ਕਰਕੇ ਬਾਬੇ ਉਹਦੇ ਸਿੰਘ ਦੀ ਬੰਸ ਵਿੱਚ ਬਾਬਾ ਜੱਸਾ ਸਿੰਘ ਜੀ ਨੇ ਅਵਤਾਰ ਧਾਰਨਾ ਕੀਤਾ ਸਰਹਾਲੀ ਵਿਖੇ। ਉਦੇ ਬੰਸ ਸਰਹਾਲੀ ਆਈ। ਬਾਬਾ ਉਹਦੇ ਸਿੰਘ ਜੀ ਦੀ ਬੰਸ ਚੱਲ ਕਰਕੇ ਸਰਹਾਲੀ ਆਈ। ਜਦੋਂ ਗੁਰੂ ਕੇ ਪੰਥ ਖਾਲਸੇ ਦੇ ਉੱਪਰ ਵਿਖੜਾ ਸਮਾਂ ਆਇਆ, ਉਦੇ ਨਾਮ ਪਰ ਕੂਪ ਲਵਾਈ। ਗੁਰੂ ਖਾਲਸਾ ਜੀ, ਪੁਰਾਣੀ ਇਹ ਮਰਜ਼ਾਦਾ ਹੁੰਦੀ ਸੀ, ਕੋਈ ਕਿਤਿਓਂ ਚੱਲ ਕੇ ਕਿਸੇ ਪਿੰਡ ਵਿੱਚ ਆਉਂਦਾ, ਉਹ ਆਪਣੇ ਵੱਡੇ ਵਡੇਰੇ ਦੇ ਨਾਂ ਤੇ ਖੂਹ ਲਾਉਂਦਾ ਸੀ। ਅੱਜ ਵੀ ਪਿੰਡਾਂ ਦੇ ਵਿੱਚ ਖੂਹ ਮਸ਼ਹੂਰ ਨੇ, ਜਿਹੜੇ ਵੱਡੇ ਵੱਡੇ ਸਰਦਾਰ ਨੇ ਉਹਨਾਂ ਦੇ ਨਾਵਾਂ ਦੇ ਉੱਪਰ। ਤੇ ਪਿਆਰੇ ਉਦੇ ਸਿੰਘ ਜੀ ਦੀ ਬੰਸ ਜਦੋਂ ਸਰਹਾਲੀ ਵਿੱਚ ਚੱਲ ਕੇ ਆਈ, ਉਹਨਾਂ ਵਿਚਾਰ ਕੀਤੀ ਵੀ ਸਾਡੇ ਵੱਡੇ ਉਦੇ ਸਿੰਘ ਜੀ ਹੋਏ ਨੇ,